ਅਮਰਿੰਦਰ ਸਿੰਘ ਠੀਕ ਚੱਲ ਰਿਹਾ ਜੀ, ਕਿਉਂਕਿ ਸਾਡੇ ਕਿਸਾਨਾਂ ਨੂੰ ਅੱਜ ਤੱਕ ਵੀ ਉਹਦੀ ਸਰਕਾਰ ਨੇ ਕੁਝ ਵੀ ਨਹੀਂ ਕਿਹਾ ਹੈਗਾ ਜੀ। ਨਹੀਂ ਤਾਂ ਸਰਕਾਰਾਂ ਅੱਜ ਕੱਲ੍ਹ ਡੰਡੇ ਵੀ ਮਾਰਦੀਆਂ ਨੇ, ਧੱਕੇ ਵੀ ਮਾਰਦੀਆਂ, ਪਾਣੀ ਦੀ ਪਿਛਾਰਾਂ ਵੀ ਮਾਰਦੀਆਂ ਨੇ, ਪਰ ਅਮਰਿੰਦਰ ਸਿੰਘ ਦਾ ਅਸੀਂ ਫਿਰ ਵੀ ਧੰਨਵਾਦੀ ਕਰ, ਕਿਉਂਕਿ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਸਰਕਾਰਾਂ ਠੇਕੇਦਾਰਾਂ ਦੀਆਂ ਸਰਕਾਰਾਂ ਰਹੀਆਂ ਨੇ ਤੇ ਹੁਣ ਵੀ ਅੱਗੇ ਸਥਿਤੀ ਉਹੀ ਚੱਲ ਰਹੀ ਹੈ। ਜਿਹੜੇ ਬੰਦੇ ਸਰਕਾਰਾਂ ਬਣਾਉਂਦੇ ਨੇ ਉਹ ਕਰੋੜਾਂ ਰੁਪਏ ਆਪਣੀ ਜੇਬ ਦੇ ਵਿੱਚੋਂ ਰਿਸਕ ਤੇ ਖਰਚਦੇ ਨੇ, ਤੇ ਫਿਰ ਜਦੋਂ ਸਰਕਾਰਾਂ ਬਣ ਵੀ ਜਾਂਦੀਆਂ ਨੇ ਤੇ ਉਹ ਫਿਰ ਜਨਤਾ ਦਾ ਨਹੀਂ ਸੋਚਦੇ, ਪਹਿਲਾਂ ਉਹਨਾਂ ਨੇ ਆਪਣਾ ਬੈਲੈਂਸ ਪੂਰਾ ਕਰਨਾ ਹੁੰਦਾ ਤੇ ਫਿਰ ਉਹਦਾ ਕਰਨਾ ਹੀ ਹੈ। ਹੁਣ ਇਹਦੇ ਵਿੱਚ ਸਿਸਟਮ ਹੀ ਐਸਾ ਹੈ ਕਿ ਹਰ ਬੰਦਾ ਮਜਬੂਰ ਹੋ ਗਿਆ ਜੀ। ਜੇ ਸਰਕਾਰ ਤਿਆਰ ਹੋਵੇ ਦੀ ਮਸਲਾ ਤਾਂ 1 ਮਿੰਟ 'ਚ ਲੱਭ ਜਾਂਦਾ ਜੀ। ਸਰਕਾਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ, ਵੀ ਪਰੇਸ਼ਾਨ ਕਰਕੇ ਆਪੇ ਉੱਠ ਜਾਣਗੇ, ਪਰ ਕਿਸਾਨ ਹੁਣ ਸਾਰੀ ਨੀਤੀਆਂ ਸਮਝ ਗਏ ਜੀ। ਕਿਸਾਨ ਜਦ ਤੱਕ ਨਹੀਂ ਉੱਠਦੇ ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, D5 ਚੈਨਲ ਤੇ ਤੁਹਾਡਾ ਸਵਾਗਤ ਹੈ। ਦੋਸਤੋ 5 ਜੂਨ ਨੂੰ ਕੇਂਦਰ ਸਰਕਾਰ ਨੇ ਜੋ ਖੇਤੀ ਨਾਲ ਸੰਬੰਧਿਤ 3 ਆਰਡੀਨੈਂਸ ਪਾਸ ਕੀਤੇ ਸੀ, ਉਹਨਾਂ ਆਰਡੀਨੈਂਸਾਂ ਨੂੰ ਪਾਸ ਕੀਤਿਆਂ ਨੂੰ ਭਾਵੇਂ ਮਹੀਨੇ ਬੀਤ ਗਏ ਨੇ, ਰਾਸ਼ਟਰਪਤੀ ਦੀ ਸਾਈਨਾਂ ਤੋਂ ਬਾਅਦ ਉਹ ਆਰਡੀਨੈਂਸ ਹੁਣ ਕਾਨੂੰਨ ਬਣ ਗਏ ਨੇ, ਪਰ ਕਿਸਾਨ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਸੜਕਾਂ ਘੇਰੀ ਬੈਠੇ ਨੇ, ਟੋਲ ਪਲਾਜ਼ੇ ਘੇਰੀ ਬੈਠੇ ਨੇ, ਮੌਲ ਘੇਰੀ ਬੈਠੇ ਨੇ ਤੇ ਹੋਰ ਰੋਡ ਜਾਮ ਕੀਤੇ ਹੋਏ ਨੇ। ਕਿਸਾਨਾਂ ਦੀ ਇੱਕੋ ਮੰਗ ਹੈ ਕਿ ਜੋ ਇਹ ਆਰਡੀਨੈਂਸ ਪਾਸ ਕੀਤੇ ਸੀ, ਜੋ ਰਾਸ਼ਟਰਪਤੀ ਦੇ ਸਾਈਨਾਂ ਤੋਂ ਬਾਅਦ ਕਾਨੂੰਨ ਬਣ ਗਏ ਨੇ, ਇਹ ਰੱਦ ਕੀਤੇ ਜਾਣ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ। ਉਹ ਪੰਜਾਬ ਦੀ ਕਿਸਾਨੀ ਜਿਹਦੇ ਤੇ ਪੰਜਾਬ ਦਾ ਦਰਮਦਾਰ ਹੈ, ਜਿਹਦੇ ਤੇ ਪੰਜਾਬ ਸਟੈਂਡ ਕਰਦਾ। ਕਿਸਾਨਾਂ ਦਾ ਕਹਿਣਾ ਜੇਕਰ ਇਹ ਆਰਡੀਨੈਂਸ ਕਾਨੂੰਨ ਨੇ ਜੋ ਪਾਸ ਹੋ ਗਏ ਨੇ, ਮੁਕੰਮਲ ਤੌਰ ਤੇ ਲਾਗੂ ਵੀ ਹੋ ਗਏ ਨੇ। ਅਖਬਾਰ ਦੇ ਵਿੱਚ ਇੱਕ ਪੰਜਾਬ ਦੇ ਵੱਡੇ ਅਖਬਾਰ ਦੇ ਵਿੱਚ ਰਿਪੋਰਟ ਸੀ ਕਿ ਇਹ ਚੁੱਪ ਚਪੀਤੇ ਇਹ ਕਾਨੂੰਨ ਮੰਡੀ ਬੋਰਡ ਵੱਲੋਂ ਲਾਗੂ ਕੀਤੇ ਜਾ ਰਹੇ ਨੇ। ਭਾਵੇਂ ਰੌਲਾ ਪੈਣ ਤੋਂ ਬਾਅਦ ਉਹ ਮੰਡੀ ਬੋਰਡ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਨੇ। ਮੰਡੀ ਬੋਰਡ ਦਾ ਕਹਿਣਾ ਸਾਡੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ, ਪਰ ਕਿਸਾਨਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਕਿਸਾਨ ਮਾਰੂ ਨੀਤੀਆਂ, ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਸਾਨੂੰ ਬਰਬਾਦ ਕਰਨ ਤੇ ਤੁਲੀਆਂ ਨੇ। 1960 ਦੇ ਦਹਾਕੇ ਤੋਂ ਬਾਅਦ ਜਦੋਂ ਹਰੀ ਕ੍ਰਾਂਤੀ ਆਈ ਸੀ, ਅਸੀਂ ਆਪਣੇ ਸਰੀਰਾਂ ਦੇ ਵਿੱਚ ਜ਼ਹਿਰ ਪਾ ਲਿਆ, ਆਪਣੇ ਹੱਡਾਂ ਦੇ ਵਿੱਚ ਜ਼ਹਿਰ ਪਾ ਲਿਆ। ਸਾਨੂੰ ਕੀ ਮਿਲਿਆ? ਜੋ ਸਾਡੀ ਬਚੀ ਖੁਚੀ MSP ਸੀ, ਸਰਕਾਰ ਉਹਨੂੰ ਵੀ ਖੋਣ ਨੂੰ ਫਿਰਦੀ ਹੈ। ਸਾਡੇ ਢਿੱਡ ਤੇ ਲੱਤ ਮਾਰਨ ਦੀਆਂ ਇਹ ਸਰਕਾਰ ਦੀਆਂ ਸਾਜ਼ਿਸ਼ਾਂ ਨੇ। ਪੰਜਾਬ ਦੀ ਇਕਨੋਮੀ ਤਬਾਹ ਹੋ ਜਾਊਗੀ ਜੇਕਰ ਇਹ ਕਾਨੂੰਨ ਮੁਕੰਮਲ ਤੌਰ ਤੇ ਧਰਤੀ ਤੇ ਲਾਗੂ ਹੋ ਜਾਂਦੇ ਨੇ। ਦੀਵਾਲੀ ਮੰਨਿਆ ਜਾਂਦਾ ਹੈ ਕਿ ਦੀਵਾਲੀ ਸਾਲ ਦਾ ਤਿਉਹਾਰ ਹੈ, ਪਰ ਕਿਸਾਨ ਇਸ ਸਮੇਂ ਆਪਣਾ ਘਰ-ਬਾਰ ਛੱਡ ਕੇ ਆਪਣੇ ਪੰਜਾਬ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਸੜਕਾਂ ਤੇ ਰੁਲ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਡੀ ਇੱਕੋ ਮੰਗ ਹੈ, ਉਦੋਂ ਤੱਕ ਸਾਡਾ ਤਿਉਹਾਰਾਂ ਨਾਲ ਕੋਈ ਸਾਡਾ ਖੁਸ਼ੀਆਂ ਨਾਲ ਰਿਸ਼ਤਾ ਨਾਤਾ ਨਹੀਂ ਹੈਗਾ, ਕਿਉਂਕਿ ਜੇਕਰ ਅਸੀਂ ਜਿਉਂਦੇ ਹੀ ਨਾ ਰਹੇ, ਸਾਡੇ ਧੰਦੇ ਫੇਲ ਹੋ ਗਏ ਤਾਂ ਅਸੀਂ ਕੀ ਕਰਾਂਗੇ। ਅੱਜ ਵੀ ਅਸੀਂ ਮੌਜੂਦ ਹਾਂ ਅਜ਼ੀਜ਼ਪੁਰ ਟੋਲ ਪਲਾਜ਼ੇ ਦੇ ਉੱਤੇ, ਜਿੱਥੇ ਕਿਸਾਨ ਪਿਛਲੇ ਮਹੀਨੇ ਤੋਂ ਲਗਾਤਾਰ ਟੋਲ ਪਲਾਜ਼ਾ ਘੇਰੀ ਬੈਠੇ ਨੇ, ਸਿਰਫ ਇਸ ਕਰਕੇ ਤਾਂ ਜੋ ਸਰਕਾਰ ਨੂੰ ਸੇਕ ਲੱਗ ਸਕੇ। ਉਹ ਸੇਕ ਜੋ ਸਰਕਾਰ ਆਪਣੇ ਕੰਨਾਂ ਤੇ ਜੂੰ ਸਰਕਦੀ ਵੀ ਮਹਿਸੂਸ ਨਹੀਂ ਕਰ ਰਹੀ ਹੈ ਕਿ ਸਾਨੂੰ ਕੋਈ ਫਰਕ ਵੀ ਨਹੀਂ ਪੈਂਦਾ। ਇੱਕ ਮੀਟਿੰਗ ਪਹਿਲਾਂ ਵੀ ਹੋਈ ਸੀ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ, ਉਦੋਂ ਕਿਸਾਨਾਂ ਨੇ ਇਹ ਮੀਟਿੰਗ ਬੇਸਿੱਟਾ ਕਹਿ ਕੇ ਬਾਈਕਾਟ ਕਰ ਦਿੱਤਾ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਸਾਡੇ ਨਾਲ ਉੱਥੇ ਬੁਲਾ ਕੇ, ਸਾਨੂੰ ਦਿੱਲੀ ਬੁਲਾ ਕੇ ਸਾਡੇ ਨਾਲ ਮਜ਼ਾਕ ਕੀਤਾ ਗਿਆ, ਸਾਡੀ ਗੱਲ ਨਹੀਂ ਸੁਣੀ। ਇੱਕ ਮੀਟਿੰਗ 13 ਨਵੰਬਰ ਨੂੰ ਸੀ, ਜਿਹਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ ਰੇਲ ਮੰਤਰੀ ਸ਼ਾਮਲ ਸੀ, ਪਰ ਕਿਸਾਨਾਂ ਨੇ ਉਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਉਹ ਮੀਟਿੰਗ ਬੇਸਿੱਟਾ ਰਹੀ, ਉਹ ਮੀਟਿੰਗ ਕਿਸੇ ਤਾਰ ਪੱਤਰ ਨਹੀਂ ਲੱਗੀ। ਅੱਜ ਸਾਡੇ ਨਾਲ ਮੌਜੂਦ ਨੇ ਉਹ ਕਿਸਾਨ ਜੋ ਟੋਲ ਪਲਾਜ਼ੇ ਤੇ ਬੈਠੇ ਨੇ। ਇਹਨਾਂ ਨਾਲ ਗੱਲ ਕਰਦੇ ਹਾਂ। ਦੀਵਾਲੀ ਦੇ ਦਿਨ ਨੇ, ਤੁਸੀਂ ਘਰ ਨਹੀਂ ਗਏ ਸਿਰਫ ਇਸੇ ਗੱਲ ਨੂੰ ਲੈ ਕੇ ਕਿ ਸਾਡਾ ਉਦੋਂ ਤੱਕ ਕੀ ਰਿਸ਼ਤਾ ਨਾਤਾ ਹੋ ਸਕਦਾ ਤਿਉਹਾਰਾਂ ਨਾਲ, ਜੇਕਰ ਸਾਡੀ ਘਰ ਦੇ ਚੁੱਲ੍ਹਿਆਂ ਦੀ ਲੜਾਈ ਹੋਵੇ, ਚੁੱਲ੍ਹੇ ਦੀ ਅੱਗ ਦੀ ਲੜਾਈ ਹੋਵੇ। ਤਾਂ ਇੱਕ ਕਿਸਾਨਾਂ ਨਾਲ ਮੀਟਿੰਗ ਸੀ ਕੇਂਦਰ ਸਰਕਾਰ ਦੀ, ਜੋ ਮੀਟਿੰਗ ਬੇਸਿੱਟਾ ਰਹੀ ਹੈ। 2 ਮੀਟਿੰਗਾਂ ਬੇਸਿੱਟਾ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਕੇਂਦਰ ਸਰਕਾਰ ਆਖਰ ਇੰਨਾ ਅੜਬ ਰਵੱਈਆ ਕਿਉਂ ਅਪਣਾ ਰਹੀ ਹੈ? ਦੇਖੋ ਜੀ, ਗੱਲ ਇਹ ਹੈ ਕਿ ਕੇਂਦਰ ਸਰਕਾਰ ਦਾ ਤਾਂ ਪਹਿਲਾਂ ਹੀ ਇੱਕ ਪਲਾਨ ਹੈ ਕਿ ਪੰਜਾਬ ਦੇ ਕਿਸਾਨ ਨੂੰ ਕਮਜ਼ੋਰ ਕਰਨਾ ਹੈ, ਅਤੇ ਪੰਜਾਬ ਦੇ ਕਿਸਾਨ ਇਸ ਚੀਜ਼ ਨੂੰ ਜਦੋਂ ਸਮਝਦੇ ਨਹੀਂ, ਸਹੀ ਨਹੀਂ ਸਮਝ ਰਹੇ, ਅਤੇ ਗੱਲ ਕਰਨ ਵਾਸਤੇ ਉਹਨਾਂ ਕੋਲ 2 ਵਾਰੀ ਗਏ ਵੀ ਨੇ। ਉਹਨਾਂ ਨੇ ਇਸ ਗੱਲ ਨੂੰ ਇਹਨਾਂ ਨੂੰ ਕਦੇ ਸੁਣਿਆ ਵੀ ਨਹੀਂ ਹੈਗਾ, ਅਤੇ ਆਪਣੀ ਉਹ ਗੱਲ ਦੱਸੀ ਜਾ ਰਹੇ ਨੇ। ਇਸ ਕਰਕੇ ਵੀ ਕਿਸਾਨ ਇਸੇ ਕਰਕੇ ਇੱਥੇ ਬੈਠੇ ਨੇ ਜੀ, ਕਿ ਜਦੋਂ ਤੱਕ ਸਰਕਾਰ ਇਸ ਚੀਜ਼ ਨੂੰ ਮੰਨੇਗੀ ਨਹੀਂ, ਉਦੋਂ ਤੱਕ ਇੱਥੇ ਬੈਠੇ ਰਹਿਣਗੇ ਜੀ, ਅਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਜੀ। ਇਹ ਤੁਹਾਨੂੰ ਟੋਲ ਪਲਾਜ਼ੇ ਨੇ ਬੈਠਿਆਂ ਨੂੰ ਤਕਰੀਬਨ ਕਿੰਨਾ ਸਮਾਂ ਹੋ ਗਿਆ? ਸਾਨੂੰ ਜੀ 1 ਮਹੀਨਾ, ਤਕਰੀਬਨ 4-5 ਦਿਨ ਹੋ ਗਏ ਨੇ ਜੀ। ਇੱਥੇ ਬੈਠੇ ਹਾਂ ਅਸੀਂ, ਦਿਨ ਰਾਤ ਇੱਥੇ ਬੈਠੇ ਹਾਂ ਜੀ। ਤੇ ਜਿਵੇਂ ਦੀਵਾਲੀ ਦੇ ਦਿਨ ਚੱਲ ਰਹੇ ਨੇ,
ਹਰ ਇੱਕ ਇਨਸਾਨ ਚਾਹੁੰਦਾ ਕਿ ਮੈਂ ਆਪਣੇ ਇਹ ਤਿਉਹਾਰ, ਦੀਵਾਲੀ ਦੇ ਤਿਉਹਾਰ, ਹੋਰ ਖੁਸ਼ੀਆਂ ਖੇੜੇ ਵਾਲੇ ਤਿਉਹਾਰ ਮੈਂ ਆਪਣੇ ਪਰਿਵਾਰ ਨਾਲ ਮਨਾਵਾਂ, ਪਰ ਕਿਸਾਨ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਸੜਕਾਂ ਤੇ ਬੈਠੇ ਨੇ ਸਿਰਫ ਇਸ ਕਰਕੇ ਕਿ ਜੋ ਸਾਡੀ ਰੋਜ਼ੀ ਰੋਟੀ ਹੈ ਖੇਤੀ ਦੀ, ਇਹਨੂੰ ਬਰਕਰਾਰ ਰੱਖੀ ਜਾਵੇ। ਸਰਕਾਰ ਜੋ ਢਿੱਡ ਤੇ ਲੱਤ ਮਾਰ ਰਹੀ ਹੈ ਸਾਡੇ, ਇਹ ਚੰਗਾ ਨਹੀਂ ਹੈਗਾ। ਤੁਹਾਨੂੰ ਨਹੀਂ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਕਿ ਅਸੀਂ ਜੋ ਸਰਕਾਰਾਂ ਚੁਣੀਆਂ ਆਪਣੀ ਵੋਟਿੰਗ ਰਾਹੀਂ, ਵੋਟਾਂ ਰਾਹੀਂ, ਉਹਨਾਂ ਸਰਕਾਰਾਂ ਨੇ ਸਾਨੂੰ ਮਜਬੂਰ ਕਰਤਾ ਕਿ ਅਸੀਂ ਸੜਕਾਂ ਤੇ ਰਹੀਏ, ਆਪਣੇ ਪਰਿਵਾਰਾਂ ਤੋਂ ਦੂਰ ਕਰਤਾ ਸਰਕਾਰਾਂ ਨੇ? ਹਾਂਜੀ, ਇਹ ਦੇਖੋ ਅੱਜ ਤੱਕ ਜਿੰਨੇ ਵੀ ਤਿਉਹਾਰ ਮਨਾਏ ਗਏ ਅਸੀਂ ਆਪਣੇ ਘਰਾਂ ਬੈਠ ਕੇ ਮਨਾਉਂਦੇ ਰਹੇ ਸਾਰੇ ਜੀ। ਪਰ ਇਸ ਵਾਰ ਜਿਹੜਾ ਇਹ ਤਿਉਹਾਰ ਹੈ ਸਾਡੀ ਮਜਬੂਰੀ ਹੋ ਗਈ ਹੈ ਕਿ ਸਾਡੀ ਸਰਕਾਰ ਜਦੋਂ ਸਾਨੂੰ ਅੱਗੇ ਵਾਸਤੇ, ਸਾਡਾ ਕਿਸਾਨ ਜਿਹੜਾ ਉਹ ਫਲੋਪ ਹੋ ਰਿਹਾ ਜੀ, ਉਹਨਾਂ ਨੇ ਇਸੇ ਕਰਕੇ ਸਰਕਾਰ ਦੇ ਨਾਲ ਅੱਜ ਵੀ ਸ਼ਾਂਤਮਈ ਇੱਥੇ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਕਿ ਸਰਕਾਰ ਸਾਡੇ ਨਾਲ ਆਣ ਕੇ ਗੱਲ ਕਰੇ ਤੇ ਸਾਨੂੰ ਆਪਣੀ ਗੱਲ ਦੱਸੇ ਤੇ ਸਾਡੀ ਗੱਲ ਸੁਣੇ ਵੀ। ਪਰ ਹਿੰਦੁਸਤਾਨ ਸਰਕਾਰ ਨੇ ਹੁਣ ਤੱਕ ਵੀ ਕਿਸੇ ਗੱਲ ਨੂੰ ਸੁਣਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀ। ਤੇ ਇਹਨਾਂ ਨੇ ਪਹਿਲਾਂ ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਵੀ ਇਹ ਗੱਲ ਕਹੀ ਸੀਗੀ ਵੀ ਸਾਡੇ ਨਾਲ ਗੱਲ ਕਰੋ, ਤੇ ਰਾਸ਼ਟਰਪਤੀ ਸਾਹਿਬ ਨੇ ਇਹਨਾਂ ਨੂੰ ਟਾਈਮ ਹੀ ਨਹੀਂ ਦਿੱਤਾ ਮਿਲਣ ਦਾ, ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ। ਤੇ ਹੁਣ ਜਿਹੜੀ 13 ਤਰੀਕ ਨੂੰ ਮੀਟਿੰਗ ਹੋਈ ਹੈ ਦਿੱਲੀ, ਇਹਦੇ ਵਿੱਚ ਸਾਡੀ ਕਿਸਾਨ ਜਥੇਬੰਦੀਆਂ ਸਾਰੀਆਂ ਗਈਆਂ ਨੇ ਤੇ ਇਹਦਾ ਵੀ ਅਜੇ ਕੋਈ ਹੱਲ ਨਹੀਂ ਮਿਲਿਆ ਜੀ। ਤੇ ਬਾਕੀ 18 ਤਰੀਕ ਆ ਰਹੀ ਹੈ ਜੀ, ਇੱਥੇ ਚੰਡੀਗੜ੍ਹ ਸਾਡੀ ਮੀਟਿੰਗ ਹੈ ਜੀ ਕਿਸਾਨ ਜਥੇਬੰਦੀਆਂ ਦੀ, ਤੇ ਉਹਦਾ ਫੈਸਲਾ ਜਿਹੜੀ ਆ ਸਾਡੀ ਸਾਰੀ ਜਥੇਬੰਦੀਆਂ ਇਕੱਠਾ ਹੋ ਕੇ ਕਰਨਗੀਆਂ ਜੀ। ਜੋ ਵੀ ਫੈਸਲਾ ਹੋਏਗਾ ਉਹ ਤੇ ਉੱਪਰ ਫਿਰ ਫੈਸਲਾ ਲਿਆ ਜਾਏਗਾ। ਤੁਸੀਂ ਪੰਜਾਬ ਦੀ ਸਰਕਾਰ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹ ਖੇਤੀ ਕਾਨੂੰਨ ਸੀ, ਉਹ ਸੈਂਟਰ ਗਵਰਨਮੈਂਟ ਦੇ, ਉਹਨੂੰ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਚ ਦਿੱਲੀ ਜਾ ਕੇ ਉਹਨਾਂ ਨੇ ਧਰਨਾ ਵੀ ਦਿੱਤਾ ਸੀ। ਹਾਂਜੀ, ਦੇਖੋ ਇਹ ਵੀ ਗੱਲ ਹੈ ਕਿ ਪਹਿਲਾਂ ਤਾਂ ਪਤਾ ਨਹੀਂ ਕੀ ਹੋਇਆ, ਇੰਨਾ ਸਾਨੂੰ ਵੀ ਨਹੀਂ ਸੀ ਪਤਾ ਵੀ ਕੀ ਹੋ ਰਿਹਾ। ਅਜੇ ਤੱਕ ਵੀ ਬਹੁਤ ਕਿਸਾਨਾਂ ਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਲੱਗਿਆ ਵੀ ਇਹਦਾ ਮਤਲਬ ਕੀ ਸੀ ਕਾਨੂੰਨ ਦਾ ਜੀ। ਪਰ ਹੁਣ ਅਮਰਿੰਦਰ ਸਿੰਘ ਨਾਲ ਸਾਨੂੰ, ਚਲੋ ਅਸੀਂ ਕਹਿੰਦੇ ਵੀ ਠੀਕ ਹੈ, ਉਹ ਕੋਈ ਗੱਲ ਨਹੀਂ, ਅਮਰਿੰਦਰ ਸਿੰਘ ਠੀਕ ਚੱਲ ਰਿਹਾ ਜੀ, ਕਿਉਂਕਿ ਸਾਡੇ ਕਿਸਾਨਾਂ ਨੂੰ ਅੱਜ ਤੱਕ ਵੀ ਉਹਦੀ ਸਰਕਾਰ ਨੇ ਕੁਝ ਵੀ ਨਹੀਂ ਕਿਹਾ ਹੈਗਾ ਜੀ। ਨਹੀਂ ਤਾਂ ਸਰਕਾਰਾਂ ਅੱਜ ਕੱਲ੍ਹ ਡੰਡੇ ਵੀ ਮਾਰਦੀਆਂ ਨੇ, ਧੱਕੇ ਵੀ ਮਾਰਦੀਆਂ, ਪਾਣੀ ਦੀ ਪਿਛਾਰਾਂ ਵੀ ਮਾਰਦੀਆਂ ਨੇ, ਪਰ ਅਮਰਿੰਦਰ ਸਿੰਘ ਦਾ ਅਸੀਂ ਫਿਰ ਵੀ ਧੰਨਵਾਦੀ ਕਰਦੇ। ਦੇਖੋ, ਬੀਜੇਪੀ ਸਰਕਾਰ ਦਾ ਭਾਵੇਂ ਕਈ ਸੂਬਿਆਂ ਦੇ ਵਿੱਚ ਵਿਰੋਧ ਵੀ ਹੋ ਰਿਹਾ ਹੈ, ਚਾਹੇ ਜੰਮੂ ਕਸ਼ਮੀਰ ਹੋਵੇ, ਉਸ ਤੋਂ ਬਾਅਦ GST ਨੂੰ ਲੈ ਕੇ, ਨੋਟਬੰਦੀ ਨੂੰ ਲੈ ਕੇ ਥਾਂ ਸਰਕਾਰ ਦੇ ਵਿਰੁੱਧ ਧਰਨੇ ਲੱਗੇ, ਪ੍ਰਦਰਸ਼ਨ ਹੋਏ, ਪਰ ਕਿਤੇ ਨਾ ਕਿਤੇ ਜਦੋਂ ਵੋਟਿੰਗ ਹੁੰਦੀ ਹੈ, ਦੁਬਾਰਾ ਫਿਰ ਚੋਣਾਂ ਹੁੰਦੀਆਂ ਨੇ, ਜਿਵੇਂ ਬਿਹਾਰ ਦੇ ਵਿੱਚ ਹੁਣ ਚੋਣਾਂ ਲੰਘ ਕੇ ਗਈਆਂ, ਫਿਰ ਬੀਜੇਪੀ ਸਰਕਾਰ ਚੁਣੀ ਜਾਂਦੀ ਹੈ। ਇਹਦੇ ਕੀ ਕਾਰਨ ਨੇ? ਇੱਕ ਪਾਸੇ ਤਾਂ ਲੋਕ ਸਰਕਾਰ ਦੇ ਵਿਰੋਧ, ਇਹ ਗੱਲ ਇੱਕ ਬੜੀ ਗੰਭੀਰ ਗੱਲ ਹੈ ਜੀ। ਇਹ ਬਿਮਾਰੀ ਹੈ ਜਿਹੜੀ, ਇਹ ਤਾਂ ਇੱਕ ਇੰਨੀ ਭਿਆਨਕ ਬਿਮਾਰੀ ਹੈ, ਇਹ ਤਾਂ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜੀ, ਬਲੱਡ ਕੈਂਸਰ ਤੋਂ ਵੀ ਜ਼ਿਆਦਾ ਭਿਆਨਕ ਹੈ ਜੀ। ਕਿਉਂਕਿ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਸਰਕਾਰਾਂ ਠੇਕੇਦਾਰਾਂ ਦੀਆਂ ਸਰਕਾਰਾਂ ਰਹੀਆਂ ਨੇ, ਤੇ ਹੁਣ ਵੀ ਅੱਗੇ ਸਥਿਤੀ ਉਹੀ ਚੱਲ ਰਹੀ ਹੈ। ਜਿਹੜੇ ਬੰਦੇ ਸਰਕਾਰਾਂ ਬਣਾਉਂਦੇ ਨੇ ਉਹ ਕਰੋੜਾਂ ਰੁਪਏ ਆਪਣੀ ਜੇਬ ਦੇ ਵਿੱਚੋਂ ਰਿਸਕ 'ਤੇ ਖਰਚਦੇ ਨੇ, ਤੇ ਫਿਰ ਜਦੋਂ ਸਰਕਾਰਾਂ ਬਣ ਵੀ ਜਾਂਦੀਆਂ ਨੇ ਤੇ ਉਹ ਫਿਰ ਜਨਤਾ ਦਾ ਨਹੀਂ ਸੋਚਦੇ, ਪਹਿਲਾਂ ਉਹਨਾਂ ਨੇ ਆਪਣਾ ਬੈਲੈਂਸ ਪੂਰਾ ਕਰਨਾ ਹੁੰਦਾ ਤੇ ਫਿਰ ਉਹਦਾ ਕਰਨਾ ਹੀ ਹੈ। ਹੁਣ ਇਹਦੇ ਵਿੱਚ ਸਿਸਟਮ ਹੀ ਐਸਾ ਹੈ ਕਿ ਹਰ ਬੰਦਾ ਮਜਬੂਰ ਹੋ ਗਿਆ ਜੀ। ਤੁਸੀਂ ਵੀ ਝੰਡਾ ਹੱਥ 'ਚ ਫੜ ਕੇ ਵਿਰੋਧ ਕਰ ਰਹੇ ਹੋ, ਤੁਹਾਨੂੰ ਲਗਾਤਾਰ ਕਿੰਨਾ ਸਮਾਂ ਹੋ ਗਿਆ ਇਸ ਧਰਨੇ ਵਿੱਚ ਆਉਂਦਿਆਂ ਨੂੰ? ਸਾਨੂੰ 1 ਮਹੀਨਾ 4-5 ਦਿਨ ਹੋ ਗਏ ਜੀ, 11 ਤਰੀਕ ਤੋਂ ਯਾਰ ਧਰਨਾ ਲੱਗਿਆ ਹੋਇਆ ਜੀ। ਤੁਸੀਂ ਫਿਰ ਦੀਵਾਲੀ ਦੇ ਮੌਕੇ ਘਰ ਗਏ ਸੀ? ਘੰਟੇ ਕੁ ਵਾਸਤੇ ਹੀ ਗਏ ਸੀ ਜੀ, ਬਾਕੀ ਘਰ ਦੇ ਕਹਿੰਦੇ ਸੀ ਵੀ ਦੀਵਾਲੀ ਦਾ ਮੱਥਾ ਟੇਕਣਾ ਆਪਾਂ ਨੇ, ਰਹੋ ਅੱਜ। ਮੈਂ ਕਿਹਾ ਵੀ ਅਸੀਂ ਤਾਂ ਉੱਥੇ ਹੀ ਮੱਥਾ ਟੇਕਣਾ, ਜੇ ਆਪਣਾ ਮੱਥਾ ਉੱਥੇ ਟਿਕ ਗਿਆ ਤਾਂ ਤੁਹਾਡੀ ਦੀਵਾਲੀ ਹੈ। ਤੁਹਾਨੂੰ ਲੱਗਦਾ ਕੀ ਹੈ, ਕਿਉਂਕਿ ਸਰਕਾਰ ਦੀ ਬੇਰੁਖੀ ਤੋਂ ਇਹ ਮਹਿਸੂਸ ਹੁੰਦਾ ਕਿ ਸਰਕਾਰ ਕਿਸਾਨਾਂ ਨੂੰ ਉੱਥੇ ਬੁਲਾ ਤਾਂ ਲੈਂਦੀ ਹੈ ਦਿੱਲੀ ਗੱਲ ਕਰਨ ਲਈ, ਪਰ ਕਿਸਾਨਾਂ ਦਾ ਕੋਈ ਹੱਲ ਕੱਢਣ ਲਈ ਸਰਕਾਰ ਤਿਆਰ ਨਹੀਂ ਹੈ। ਜੇ ਸਰਕਾਰ ਤਿਆਰ ਹੋਵੇ ਦੀ ਮਸਲਾ ਤਾਂ 1 ਮਿੰਟ 'ਚ ਲੱਭ ਜਾਂਦਾ ਜੀ। ਸਰਕਾਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ, ਵੀ ਪਰੇਸ਼ਾਨ ਕਰਕੇ ਆਪੇ ਉੱਠ ਜਾਣਗੇ। ਪਰ ਕਿਸਾਨ ਹੁਣ ਸਾਰੀ ਨੀਤੀਆਂ ਸਮਝ ਗਏ ਜੀ। ਕਿਸਾਨ ਜਦ ਤੱਕ ਨਹੀਂ ਉੱਠਦੇ, ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਜੀ। ਸਰਕਾਰਾਂ ਇਸ ਕਰਕੇ ਹੀ ਮਸਲੇ ਨੂੰ ਲਮਕਾ ਸਕਦੀਆਂ ਨੇ ਕਿ ਕਿਉਂਕਿ ਸਰਕਾਰਾਂ ਨੂੰ ਲੱਗਦਾ ਕਿ ਜੇਕਰ ਲੰਮਾ ਟਾਈਮ ਪੀਰੀਅਡ ਹੋ ਗਿਆ ਬੈਠਿਆਂ ਨੂੰ ਤਾਂ ਕਿਸਾਨ ਅੱਕ ਕੇ ਕਿਤੇ ਨਾ ਕਿਤੇ ਆਪੇ ਉੱਠ ਜਾਣਗੇ। ਕਿਸਾਨ ਬਿਲਕੁਲ ਨਹੀਂ ਅੱਕ ਕੇ ਹਟਦੇ ਜੀ। ਕਿਸਾਨ ਨਾਲ ਰੱਬ ਨਾਲ ਖੜਿਆ, ਕਿਸਾਨ ਨਹੀਂ ਉੱਠ ਸਕਦੇ ਜੀ, ਭਾਵੇਂ ਜੋ ਮਰਜ਼ੀ ਹੋ ਜਾਏ। ਹੁਣ ਨਹੀਂ ਕਿਸਾਨ ਉੱਠਦੇ, ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ, ਜਦ ਤੱਕ ਕਿਸਾਨ ਬਿਲਕੁਲ ਨਹੀਂ ਉੱਠਦੇ। ਭਾਵੇਂ ਮਹੀਨਾ ਲੱਗੇ, ਭਾਵੇਂ 6 ਲੱਗੇ, ਭਾਵੇਂ ਲੱਗੇ ਸਾਲ ਜੀ, ਜਦ ਤੱਕ ਉੱਠਦੇ ਨਹੀਂ। ਬਸ ਹਰ ਇੱਕ ਚੀਜ਼
ਸਰਕਾਰਾਂ ਵੱਲੋਂ ਲਿਆ ਕੇ ਕਿਸਾਨ ਦੇ ਆਲੇ ਦੁਆਲੇ ਹੀ ਕਿਉਂ ਖੜੀ ਕਰ ਦਿੱਤੀ ਜਾਂਦੀ ਹੈ? ਚਾਹੇ ਪ੍ਰਦੂਸ਼ਣ ਦਾ ਮਾਮਲਾ ਹੋ ਗਿਆ, ਜੁਰਮਾਨੇ ਕੀਤੇ ਗਏ ਨੇ, ਨਵੇਂ ਆਰਡੀਨੈਂਸ ਪਾਸ ਕੀਤੇ ਨੇ ਸਰਕਾਰ ਨੇ ਕਿ ਅਸੀਂ ਇੰਨਾ ਫਾਈਨ ਕਰਾਂਗੇ ਕਿਸਾਨਾਂ ਨੂੰ, 3 ਸਾਲ ਦੀ 5 ਸਾਲ ਦੀ ਅਸੀਂ ਸਜ਼ਾ ਕਰਾਂਗੇ ਜਿਹੜਾ ਕਿਸਾਨ ਝੋਨੇ ਦੇ ਕਣਕ ਦੇ ਨਾੜ ਨੂੰ ਅੱਗ ਲਾਉਂਦਾ ਸਾਨੂੰ ਫਸ ਗਿਆ। ਤਾਂ ਇਹ ਸਭ ਕੁਛ ਜਿੰਨਾ ਪ੍ਰਦੂਸ਼ਣ ਦਾ ਮਾਮਲਾ ਹੋ ਗਿਆ, ਹੋਰ ਵੀ ਹੋ ਗਿਆ, ਜਾਂ ਪੈਸਟੀਸਾਈਡ ਨੂੰ ਲੈ ਕੇ ਹੋ ਗਿਆ, ਤਾਂ ਸਰਕਾਰ ਕਿਸਾਨਾਂ ਦੇ ਦੁਆਲੇ ਕੀ ਹੋ ਜਾਂਦੀ ਹੈ? ਕਿਉਂਕਿ ਕੱਲ ਦੀਵਾਲੀ ਲੰਘ ਕੇ ਗਈ ਹੈ ਤੇ ਜੋ ਪਟਾਕੇ ਚਲਾਏ ਗਏ ਨੇ ਪ੍ਰਦੂਸ਼ਣ ਦਾ ਉਹਦੇ ਨਾਲ ਹੀ ਫੈਲਦਾ। ਇਹ ਭੱਠੇ ਨੇ, ਫੈਕਟਰੀਆਂ ਨੇ, ਗੰਦੇ ਨਾਲੇ ਨੇ, ਬੁੱਢਾ ਨਾਲਾ, ਉਹਦੇ ਸਭ ਫੈਕਟਰੀਆਂ ਦੇ ਵਿੱਚ ਉਹ ਫੈਕਟਰੀਆਂ ਦਾ ਪੋਲਿਊਸ਼ਨ ਹੈ ਉਹ। ਪਰ ਕਿਸਾਨਾਂ ਸਿਰਫ ਕਿਸਾਨ ਹੀ ਟਾਰਗੇਟ ਕਿਉਂ? ਕਿਉਂਕਿ ਕਿਸਾਨੀ ਇੱਕ ਇਹੀ ਚੀਜ਼ ਹੈ ਜਿਹੜੀ ਸਾਰੇ ਸੰਸਾਰ ਦਾ ਪੇਟ ਭਰ ਰਹੀ ਹੈ ਤੇ ਇਹ ਇਸ ਕਰਕੇ ਇਹਨੂੰ ਟਾਰਗੇਟ ਕਰਦੇ ਨੇ ਕਿਉਂਕਿ ਪੰਜਾਬ ਸ਼ੁਰੂ ਤੋਂ ਹੀ ਹਰ ਇੱਕ ਕੋਈ ਰਿਆਸਤ ਹੋਵੇ ਚਾਹੇ ਸਰਕਾਰ ਹੋਵੇ ਇਹਨਾਂ ਦੀ ਅੱਖਾਂ 'ਚ ਰੜਕਦਾ ਹੈ, ਕਿਸਾਨੀ ਰੜਕਦੀ ਹੈ। ਕਿਉਂਕਿ ਕਿਸਾਨ ਇੱਕ ਅਜਿਹੇ ਇੱਕ ਵਿਅਕਤੀ ਹੈ ਕਿਸਾਨ ਜੋ ਕਿ ਸਾਰੇ ਢਿੱਡ ਭਰਦਾ ਹੈ ਤੇ ਉਹ ਕਿਸੇ ਦੇ ਅੱਗੇ ਹੱਥ ਨਹੀਂ ਅੜਦਾ। ਤੇ ਸਰਕਾਰਾਂ ਚਾਹੁੰਦੀਆਂ ਨੇ ਕਿ ਜਿਵੇਂ ਫੁੱਟ ਪਾਓ ਰਾਜ ਕਰੋ ਦਾ ਹੈ ਕਿ ਕਿਸਾਨੀ ਖਤਮ ਹੋ ਜਾਏ ਤੇ ਸਾਡੇ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਜੋ ਬਣੀਆਂ ਹੋਈਆਂ ਨੇ ਆਵਾਜ਼ ਉਠਾਉਣ ਵਾਲਾ ਕੋਈ ਨਾ ਹੋਵੇ, ਸਾਡੇ ਕਪੜੇ ਜ਼ਾਹਿਰ ਕਰਨ ਵਾਲਾ ਕੋਈ ਨਾ ਹੋਵੇ। ਇਹ ਉਹੀ ਤਾਨਾਸ਼ਾਹੀ ਰਾਜ ਲੈਣਾ ਚਾਹੁੰਦੇ ਨੇ ਜਿਵੇਂ ਪਹਿਲਾਂ ਰਾਜੇ ਰਾਜ ਕਰਦੇ ਸੀ, ਸਾਡੇ ਬਾਬਤ ਜੋ ਵੀ ਬਗਾਵਤ ਕਰਦਾ ਸੀ ਉਹਨੂੰ ਡੱਕਦੇ ਸੀਗੇ। ਇਹੀ ਕੰਮ ਸਰਕਾਰਾਂ ਕਰ ਰਹੀਆਂ ਨੇ। ਪੋਲਿਊਸ਼ਨ ਦੀ ਰਹੀ ਗੱਲ, ਤੁਸੀਂ ਦੇਖੋ ਦੁਸਹਿਰੇ ਤੇ ਦੀਵਾਲੀ ਦੇ ਇੰਨਾ ਪ੍ਰਦੂਸ਼ਣ ਹੁੰਦਾ ਹੈ ਨਾ। ਪਰਾਲੀ ਦਾ ਸਿਰਫ ਸਾਡਾ 4 ਦਿਨ ਦਾ ਪ੍ਰਦੂਸ਼ਣ ਹੁੰਦਾ, ਜ਼ੋਰ ਲਾ ਕੇ 8 ਦਿਨ ਦਾ ਲਾ ਲਓ। 13% ਪੋਲਿਊਸ਼ਨ ਹੈ। ਇਹ ਪ੍ਰਦੂਸ਼ਣ ਬੋਡੀ ਮੰਨ ਚੁੱਕਿਆ। ਹੁਣ ਗੱਡੀਆਂ ਦਾ ਪੋਲਿਊਸ਼ਨ ਤੁਸੀਂ ਲਾ ਲਓ ਕਿੰਨਾ ਹੈ। ਹੁਣ ਕੋਈ ਕੁਛ ਕਹੀ ਜਾ, ਕਿਸਾਨਾਂ ਦਾ ਪੋਲਿਊਸ਼ਨ ਕੋਈ ਨਹੀਂ ਹੈ। ਤੇ ਕਈ ਟਾਰਗੇਟ ਜਾਣ ਕੇ ਬਣਾ ਰਹੇ ਨੇ ਕਿਸਾਨਾਂ ਨੂੰ ਕਿਉਂਕਿ ਹਰ ਸਰਕਾਰ ਇਹੀ ਚਾਹੁੰਦੀ ਹੈ ਕਿ ਇਹ ਕਿਸਾਨੀ ਵਰਗ ਉੱਪਰ ਨਾ ਉੱਠੇ। ਕਿਉਂਕਿ ਜੇ ਕਿਸਾਨ ਵਰਗ ਉੱਪਰ ਉੱਠਦਾ ਹੈ ਤਾਂ ਇਹਨਾਂ ਦੀ ਮੰਗ ਨਹੀਂ ਰਹਿੰਦੀ ਤੇ ਸਰਕਾਰ ਕੋਲੋਂ ਕੁਝ ਨਹੀਂ ਮੰਗਦੇ। ਇਹ ਸਿਰਫ ਆਪਣਾ ਹੱਕ ਮੰਗਦੇ ਨੇ। ਜਿਵੇਂ ਸਵਾਮੀਨਾਥਨ ਰਿਪੋਰਟ ਹੋ ਗਈ, ਜੇ ਸਰਕਾਰਾਂ ਸਾਨੂੰ ਸਾਡਾ ਹੱਕ ਦੇਣ, ਪੂਰਾ ਸਾਡਾ ਵਪਾਰ ਹੀ ਬੰਦਰਗਾਹਾਂ ਰਾਣ ਹੋਣ ਲੱਗ ਜੇ, ਸਾਨੂੰ ਆਜ਼ਾਦੀ ਮਿਲ ਜੇ, ਸਾਨੂੰ ਆਪਣਾ ਵਪਾਰ ਕਰਨ ਦੀ, ਆਪ ਆਜ਼ਾਦੀ ਫਸਲ ਵੇਚਣ ਦੀ ਮਿਲ ਜੇ ਤਾਂ ਸਾਨੂੰ ਕਿਸੇ ਵੱਲ ਹੱਥ ਚੱਕਣ ਦੀ ਲੋੜ ਹੀ ਨਹੀਂ ਤੇ ਕੋਈ ਕਿਸਾਨ ਖੁਦਕੁਸ਼ੀ ਵੀ ਨਹੀਂ ਕਰੂਗਾ। ਹੁਣ ਵੀ ਪਿੱਛੇ ਵੀ ਗੱਲ ਹੋ ਰਹੀ ਸੀ ਕਿ ਹੁਸੈਨੀਵਾਲਾ ਦਾ ਬਾਰਡਰ ਖੋਲ੍ਹਿਆ ਜਾਵੇ ਤਾਂ ਜੋ ਪੰਜਾਬ ਸਿੱਧਾ ਵਪਾਰ ਕਰ ਸਕੇ, ਨਾ ਕਿ ਪਹਿਲਾਂ ਬੰਬਈ ਭੇਜੇ, ਫਿਰ ਉਸ ਤੋਂ ਬਾਅਦ ਦੁਬਈ ਭੇਜੇ, ਉਸ ਤੋਂ ਬਾਅਦ ਅਲੱਗ-ਅਲੱਗ ਦੇਸ਼ਾਂ ਨੂੰ ਹੋਏ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪੰਜਾਬ ਆਪਣੀ ਫਸਲ ਦਾ ਸਿੱਧਾ ਵਪਾਰ ਕਰੇ, ਚਾਹੇ ਉਹ ਪਾਕਿਸਤਾਨ ਹੈ, ਕਰਾਚੀ ਹੈ, ਕੋਈ ਵੀ ਦੇਸ਼ ਦਾ ਕੋਈ ਵੀ ਉਹ ਦੇਸ਼ ਹੈ। ਬਿਲਕੁਲ ਜੀ, ਸਾਨੂੰ ਤਾਂ ਕੀ ਲੈਣਾ। ਸਾਨੂੰ ਦੇਖੋ ਕੋਈ ਦੇਸ਼ ਸਭ ਠੀਕ ਨੇ ਸਾਡੇ ਵਾਸਤੇ, ਜੋ ਕਿ ਸਾਡਾ ਫਸਲ ਖਰੀਦੂਗਾ, ਸਾਨੂੰ ਪੂਰਾ ਮੁੱਲ ਮਿਲੂਗਾ, ਸਮਰਥਨ ਮੁੱਲ ਮਿਲੂਗਾ, ਵੱਧ ਮਿਲੂਗਾ। ਸਾਨੂੰ ਸਰਕਾਰਾਂ ਵੱਲ ਝਾਕਣ ਦੀ ਕੋਈ ਲੋੜ ਨਹੀਂ। ਸਾਡਾ ਜਦੋਂ ਫਸਲ ਦਾ ਰੇਟ ਪੂਰਾ ਲੱਗੂਗਾ ਸਾਨੂੰ ਕਿਸੇ ਵੱਲ ਦੇਖਣ ਦੀ ਕੀ ਲੋੜ ਹੈ। ਸਾਡਾ ਕਿਸਾਨ ਹਰ ਖੁਸ਼ਹਾਲ ਹੋ ਜਾਊਗਾ ਤੇ ਕੋਈ ਖੁਦਕੁਸ਼ੀ ਨਹੀਂ ਕਰੂਗਾ। ਤੇ ਜੇ ਸਰਕਾਰਾਂ ਸਾਨੂੰ ਵਪਾਰ ਖੋਲ੍ਹਣ ਦੀ ਆਗਿਆ ਦਿੰਦੀਆਂ ਨੇ ਤਾਂ ਇਹਦੇ 'ਚ ਸਰਕਾਰ ਨੂੰ ਵੀ ਬੈਨੀਫਿਟ ਹੈ ਕਿਉਂਕਿ ਸਰਕਾਰ 'ਤੇ ਬੋਝ ਘਟ ਜਾਣਾ ਹੈ। ਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਵਪਾਰ ਤਾਂ ਨਹੀਂ ਖੋਲ੍ਹਦੀਆਂ ਕੋਈ ਇਹਨਾਂ ਦੇ ਜਿਹੜੇ ਕਾਰਪੋਰੇਟ ਘਰਾਣੇ ਨੇ ਇਹਨਾਂ ਨੂੰ ਇਹ ਜ਼ਿਆਦਾ ਬੈਨੀਫਿਟ ਲੈਂਦੀਆਂ ਨੇ, ਕਿਸਾਨਾਂ ਤੋਂ ਸਸਤੇ 'ਚ ਖਰੀਦ ਕੇ ਕਰਦੀਆਂ ਨੇ। ਹੁਣ ਇਹ ਕਹਿੰਦੇ ਨੇ ਵੀ ਆ ਪ੍ਰਾਈਵੇਟ ਸੈਕਟਰ ਬਣਾ ਦਿੰਦੇ। ਤੁਸੀਂ ਘਲਾਓ ਸੁਣੋ, ਪ੍ਰਾਈਵੇਟ ਸੈਕਟਰ ਪਹਿਲਾਂ ਪ੍ਰਾਈਵੇਟ ਸਕੂਲ ਬਣਾਏ ਇਹਨਾਂ ਨੇ, ਸਰਕਾਰੀ ਸਕੂਲ ਖਤਮ ਹੋ ਗਏ। ਪ੍ਰਾਈਵੇਟ ਹਸਪੀਟਲ ਬਣਾਏ, ਸਰਕਾਰੀ ਹਸਪੀਟਲ ਖਤਮ ਹੋ ਗਏ। ਹੁਣ ਇਹ ਪ੍ਰਾਈਵੇਟ ਮੰਡੀ ਬਣ ਕੇ ਸਰਕਾਰੀ ਮੰਡੀਆਂ ਵੀ ਖਤਮ ਹੋ ਜਾਣੀ। ਜੇ ਸਰਕਾਰੀ ਮੰਡੀਆਂ ਖਤਮ ਹੋ ਗਈ ਕਿਸਾਨਾਂ ਦੀ ਲੁੱਟ ਹੋਊਗੀ। ਕਿਸਾਨਾਂ ਦੀ ਲੁੱਟੇ ਹੋਣੀ ਹੈ, ਇਹਦੇ 'ਚ ਕੋਈ ਉਹ ਨਹੀਂ ਹੈਗਾ। ਦਰਸ਼ਕੋ, ਇਹ ਸਨ ਸਾਡੇ ਨਾਲ ਟੋਲ ਪਲਾਜ਼ੇ ਤੇ ਬੈਠੇ ਉਹ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਅਸੀਂ ਵੋਟਾਂ ਪਾ ਕੇ ਸਰਕਾਰ ਨੂੰ ਚੁਣਦੇ ਹਾਂ ਪਰ ਸਰਕਾਰ ਨੇ ਅੱਜ ਸਾਡੀ ਕਿਸਾਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਹਰ ਇੱਕ ਚੀਜ਼ ਪ੍ਰਾਈਵੇਟ ਘਰਾਣੇ ਨੂੰ ਦੇਣ ਜਾ ਰਹੀ ਹੈ। ਜੇਕਰ ਸਰਕਾਰ ਸਾਡੇ ਹਿਤੈਸ਼ੀ ਹੁੰਦੀ ਤਾਂ ਸਾਡੀ ਗੱਲ ਸੁਣਦੀ, ਸਾਡਾ ਕੋਈ ਹੱਲ ਕਰਦੀ, ਕਿਉਂਕਿ ਸਰਕਾਰ ਤਾਂ ਉਦਯੋਗਪਤੀਆਂ ਦੇ ਪੱਖ ਵਿੱਚ ਭੁਗਤਦੀ ਹੈ। ਜੇਕਰ ਸਰਕਾਰ ਐਡੀ ਉਦਯੋਗਪਤੀਆਂ ਪ੍ਰਤੀ ਉਲਾਰ ਹੈ ਤਾਂ ਸਰਕਾਰ ਵੀ ਉਦਯੋਗਪਤੀ ਚਲਾ ਲੈਣਗੇ। ਤਾਂ ਸਰਕਾਰ ਦੇ ਫਿਰ ਇਹ ਵਜ਼ੀਰ ਕਿਉਂ, ਸਰਕਾਰ ਦੀ ਇਹ ਮਿਨਿਸਟਰੀ ਕਿਉਂ? ਤੁਸੀਂ ਬਣੇ ਰਹੋ ਸਾਡੇ ਨਾਲ D5 ਚੈਨਲ ਪੰਜਾਬੀ ਤੇ। ਕੈਮਰਾਮੈਨ ਅਤੁਲ ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।